ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜਮਾਤ 10ਵੀਂ ਦੇ ਇਸ ਲੈਕਚਰ ਦੇ ਵਿੱਚ। ਮੈਂ ਜਗਰੂਪ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਬॉयਜ਼ ਤੋਂ। ਅੱਜ ਬੇਟੇ ਆਪਾਂ ਇਸ ਲੈਕਚਰ ਦੇ ਵਿੱਚ ਜੋ ਸਾਡਾ ਫਸਟ ਬਾਈ ਮੰਥਲੀ ਆ ਉਹਦੇ ਟੈਸਟ ਦੀ ਤਿਆਰੀ ਕਰਾਂਗੇ। ਬੇਸਿਕਲੀ ਇਹ ਤਿਆਰੀ ਜਿਹੜੀ ਹੈਗੀ ਆ ਦੋ ਭਾਗਾਂ 'ਚ ਹੋਣੀ ਆ। ਅੱਜ ਅਸੀਂ ਭਾਗ ਪਹਿਲਾ ਕਰਾਂਗੇ। ਇਸ ਸਿਲੇਬਸ ਦੇ ਵਿੱਚ ਸਾਡੇ ਕੋਲ ਜੋ 4 ਅਧਿਆਏ ਆਉਂਦੇ ਨੇ। ਚੈਪਟਰ ਨੰਬਰ 1 ਵਾਸਤਵਿਕ ਸੰਖਿਆਵਾਂ, ਚੈਪਟਰ ਨੰਬਰ 2 ਬਹੁਪਦ, ਚੈਪਟਰ ਨੰਬਰ 3 ਦੋ ਚਲਾਂ ਵਾਲੇ ਰੇਖੀ ਸਮੀਕਰਨ ਦੇ ਜੋੜੇ ਅਤੇ ਚੌਥਾ ਚੈਪਟਰ ਜੋ ਸਾਡਾ ਹੈ ਚੈਪਟਰ 15 ਸੰਭਾਵਨਾ। ਸੋ ਇਹ 4 ਚੈਪਟਰ ਨੇ ਬੇਟੇ ਜਿਹੜੇ ਆਪਾਂ ਦੁਹਰਾਈ ਦੇ ਵਿੱਚ ਵਰਕ ਕਰਾਂਗੇ। ਇਹਨਾਂ ਦੇ ਵਿੱਚ ਬੇਟੇ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਸਭ ਤੋਂ ਪਹਿਲਾਂ ਆਉਣਗੇ 1 ਅੰਕ ਵਾਲੇ ਸਵਾਲ ਜੋ ਬਹੁਤ ਵਿਕਲਪੀ ਸਵਾਲ ਹੁੰਦੇ ਨੇ, ਜਿਨ੍ਹਾਂ ਨੂੰ MCQ ਟਾਈਪ ਬੋਲਦੇ ਆ। ਅੱਜ ਦੇ ਟੌਪਿਕ ਦੇ ਵਿੱਚ ਆਪਾਂ ਸਿਰਫ ਤੇ ਸਿਰਫ MCQ ਵਾਲੇ ਟੌਪਿਕ ਨੂੰ ਹੀ ਟੱਚ ਕਰਾਂਗੇ। ਅਗਲੇ ਟੌਪਿਕ ਦੇ ਵਿੱਚ ਆਪਾਂ ਬਾਕੀ ਦੇ ਜਿਹੜੇ ਸਵਾਲ ਨੇ 2 ਅੰਕਾਂ ਵਾਲੇ ਸਵਾਲ, 4 ਅੰਕਾਂ ਵਾਲੇ ਸਵਾਲ ਕਰਾਂਗੇ। ਸ਼ੁਰੂ ਕਰਦੇ ਹਾਂ ਬੇਟੇ। ਸਾਡਾ ਪਹਿਲਾ ਪ੍ਰਸ਼ਨ ਆ, ਸੰਖਿਆ 15 ਦੇ ਅਭਾਜ ਗੁਣਨਖੰਡ ਡੈਸ਼ ਹਨ। ਦੇਖੋ ਇਹਦੇ ਵਿੱਚ ਬੇਟੇ ਸਾਡੇ ਕੋਲ ਆਪਸ਼ਨਸ ਹੈਗੀਆਂ ਨੇ 3 ਗੁਣਾ 2, 3 ਗੁਣਾ 3, 3 ਗੁਣਾ 5 ਅਤੇ 3 ਗੁਣਾ 4। ਇਹਨਾਂ ਦੇ ਵਿੱਚੋਂ ਬੇਟੇ ਆਪਾਂ ਪਹਿਲੀ, ਦੂਸਰੀ, ਤੀਸਰੀ ਅਤੇ ਚੌਥੀ ਦੇ ਵਿੱਚੋਂ ਸਹੀ ਆਪਸ਼ਨ ਲੱਭਣੀ ਆ ਤੇ ਉਹਨੂੰ ਟਿਕ ਕਰਨਾ ਹੈ। ਤਾਂ ਅਸੀਂ ਦੇਖਦੇ ਹਾਂ ਬੇਟੇ ਸਾਡਾ C ਆਂਸਰ ਜੋ ਹੈ ਉਹ ਸਹੀ ਆਂਸਰ ਆ ਜੀ। ਕਿਉਂ? ਕਿਉਂਕਿ 3 ਗੁਣਾ 5 15 ਹੁੰਦਾ ਹੈ। ਕਈ ਵਾਰੀ ਅਸੀਂ ਇਹੋ ਜਿਹੇ ਕੁਐਸਚਨਸ ਦੇ ਵਿੱਚ ਦੇਖਦੇ ਹਾਂ ਕਿ ਸਾਡੇ ਕੋਲ ਦੋ ਸਿੱਧੀਆਂ ਆਪਸ਼ਨਸ ਹੁੰਦੀਆਂ ਨੇ। ਉੱਥੋਂ ਪਲੀਜ਼ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਜਦੋਂ ਅਭਾਜ ਗੁਣਨਖੰਡ ਦੀ ਗੱਲ ਕਹਿੰਦੇ ਆ ਤਾਂ ਸਾਰੇ ਜਿਹੜੀਆਂ ਸੰਖਿਆਵਾਂ ਵਿੱਚ ਆ ਰਹੀਆਂ ਨੇ ਗੁਣਨਖੰਡ ਦੇ ਵਿੱਚ ਬਣੇ ਹੋਏ ਦੇ ਵਿੱਚ, ਉਹ ਸਾਰੀਆਂ ਕੀ ਅਭਾਜ ਹੋਣੀਆਂ ਜ਼ਰੂਰੀ ਨੇ। ਫੋਰ ਐਗਜ਼ਾਮਪਲ ਜਿਵੇਂ ਆਪਸ਼ਨ ਨੰਬਰ D ਆ, D ਦੇ ਵਿੱਚ ਇੱਥੇ ਆ ਗਿਆ 4। ਹੁਣ 3 ਗੁਣਾ 4 ਆ ਤਾਂ 3 ਗੁਣਾ 4 ਕਦੇ ਆਪਸ਼ਨ ਨਹੀਂ ਹੋ ਸਕਦੀ ਅਭਾਜ ਗੁਣਨਖੰਡ ਦੇ ਵਿੱਚ। ਉਹਦਾ ਕਾਰਨ ਇਹ ਆ ਕਿ ਜੋ 4 ਆ ਉਹ ਅਭਾਜ ਸੰਖਿਆ ਨਹੀਂ ਆ, ਇਹ ਕੀ ਇੱਕ ਭਾਜ ਸੰਖਿਆ ਹੈ। ਤਾਂ ਬੇਟੇ ਭਾਜ ਸੰਖਿਆ ਹੋਣ ਕਰਕੇ ਇਹ ਆਪਸ਼ਨ ਕਦੇ ਨਹੀਂ ਬਣ ਸਕਦੀ। ਠੀਕ ਹੈ ਜੀ। ਸੋ ਅਸੀਂ ਦੋ ਗੱਲਾਂ ਦੇਖਣੀਆਂ ਨੇ ਤੇ ਗੁਣਨਖੰਡ ਵੀ ਹੋਣ ਪੂਰੇ ਤੇ ਅਭਾਜ ਵੀ ਹੋਣ। ਦੂਸਰਾ ਕੁਐਸਚਨ ਹੈ ਬੇਟੇ ਸਾਡਾ 12 ਅਤੇ 15 ਦਾ HCF ਮਮਾ ਸਵਾਵਾ ਡੈਸ਼ ਹੈ। HCF ਦੇਖਣਾ ਬੇਟੇ। ਹੁਣ ਆਪਸ਼ਨ ਸਾਡੇ ਕੋਲ ਫਿਰ ਨੇ 5, 4, 3 ਅਤੇ 1। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਾਮਨ ਫੈਕਟਰ। ਕਾਮਨ ਫੈਕਟਰ ਸਾਡੇ ਕੋਲ ਬੇਟੇ ਦੇਖਦੇ ਹਾਂ ਅਸੀਂ ਦੋ ਸਾਡੇ ਕੋਲ ਕਾਮਨ ਫੈਕਟਰ ਬਣਦੇ ਨੇ ਜਿਹੜੇ 12 ਅਤੇ 15 ਦੋਨਾਂ ਨੂੰ ਵੰਡਦੇ ਨੇ। ਉਹ ਹੈਗੇ ਨੇ ਜੀ 3 ਅਤੇ 1। 1 ਵੀ ਦੋਹਾਂ ਦਾ ਸਾਂਝਾ ਗੁਣਨਖੰਡ ਹੈ ਜੀ ਤੇ 3 ਵੀ ਦੋਹਾਂ ਦਾ ਸਾਂਝਾ ਗੁਣਨਖੰਡ ਹੈ। ਪਰੰਤੂ ਅਸੀਂ HCF ਪਤਾ ਕਰਨਾ। HCF ਭਾਵ ਹਾਈਐਸਟ ਕਾਮਨ ਫੈਕਟਰ। ਦੈਨ ਅਸੀਂ ਦੋਹਾਂ ਚੋਂ ਜਿਹੜਾ ਵੱਡਾ ਹੈ ਉਹਨੂੰ ਪਿਕ ਕਰਦੇ ਹਾਂ। ਵੱਡਾ ਸਾਡੇ ਕੋਲ ਹੋ ਗਿਆ 3, ਜਾਂ ਦੂਸਰੇ ਸ਼ਬਦਾਂ 'ਚ ਕਹਿ ਲਓ ਵੀ ਸਾਡੇ ਕੋਲ 3 ਐਸਾ ਵੱਡੇ ਤੋਂ ਵੱਡਾ ਟੇਬਲ ਆ ਜੀ, ਪਹਾੜਾ ਜੀ, ਜੋ 12 ਅਤੇ 15 ਨੂੰ ਦੋਨਾਂ ਨੂੰ ਵੰਡ ਦਿੰਦਾ ਹੈ, ਪੂਰਾ ਵੰਡ ਦਿੰਦਾ ਹੈ। ਤਾਂ ਸਾਡੇ ਕੋਲ ਆਪਸ਼ਨ B ਜਿਹੜਾ ਸਾਡਾ ਸਹੀ ਆਂਸਰ ਆ। ਅਗਲਾ ਕੁਐਸਚਨ ਆ ਬੇਟਾ ਸਾਡਾ ਵਰਗਮੂਲ 5 ਇੱਕ ਡੈਸ਼ ਸੰਖਿਆ ਹੈ। ਤੁਹਾਨੂੰ ਸਭ ਨੂੰ ਪਤਾ ਹੋਏਗਾ, ਬਿਲਕੁਲ ਸਹੀ। ਤਾਂ ਇਹਦਾ ਆਪਸ਼ਨ ਸਾਡਾ ਕੀ ਆਂਦਾ ਜੀ? ਅਪਰਿਮੇਯ ਸੰਖਿਆ। ਵਰਗਮੂਲ 3, ਵਰਗਮੂਲ 2, ਵਰਗਮੂਲ 3, ਵਰਗਮੂਲ 7। ਵਰਗਮੂਲ ਵਾਲੀਆਂ ਉਹ ਸੰਖਿਆਵਾਂ ਜਿਨ੍ਹਾਂ ਨੂੰ ਵਰਗਮੂਲ ਜਦੋਂ ਹੱਲ ਕਰਦੇ ਆ ਉਹਨਾਂ ਦਾ ਦਸ਼ਮਲਵ ਵਿਸਤਾਰ ਜਿਹੜਾ ਹੈਗਾ ਉਹ ਅਸ਼ਾਂਤ ਅਤੇ ਅਣਆਵਰਤੀ ਹੁੰਦਾ ਹੈ। ਉਹ ਸਾਰੀਆਂ ਸੰਖਿਆਵਾਂ ਕੀ ਹੁੰਦੀਆਂ ਨੇ? ਅਪਰਿਮੇਯ ਸੰਖਿਆਵਾਂ। ਜਾਂ ਦੂਸਰੇ ਤਰੀਕੇ ਨਾਲ ਅਸੀਂ ਸ਼ਾਰਟਕਟ ਦੇ ਵਿੱਚ ਵੀ ਇਹਨੂੰ ਯਾਦ ਰੱਖਣ ਦੇ ਲਈ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੀਆਂ ਰਕਮਾਂ ਦਾ ਵਰਗਮੂਲ ਅਸੀਂ
ਸਿੰਪਲ ਨੰਬਰਸ ਦੇ ਵਿੱਚ, ਸਿੰਪਲ ਨੰਬਰਸ ਭਾਵ ਇੱਕ ਕਾਊਂਟਿੰਗ ਦੇ ਵਿੱਚ ਹੋਲ ਨੰਬਰ ਦੇ ਵਿੱਚ ਨਹੀਂ ਕੱਢ ਸਕਦੇ, ਉਹ ਸਾਡੇ ਕੋਲ ਕੀ ਨੇ ਬੇਟੇ, ਅਪਰਿਮੇਯ ਸੰਖਿਆਵਾਂ ਹੁੰਦੀਆਂ ਨੇ। ਅਗਲਾ ਕੁਐਸਚਨ ਹੈ ਬੇਟੇ, ਹੇਠ ਦਿੱਤਿਆਂ ਵਿੱਚੋਂ ਕਿਹੜੀ ਪਰਿਮੇਯ ਸੰਖਿਆ ਹੈ। ਹੁਣੇ ਆਪਾਂ ਗੱਲ ਕੀਤੀ ਅਪਰਿਮੇਯ ਸੰਖਿਆ ਦੀ, ਇੱਥੇ ਸਾਨੂੰ ਪਤਾ ਵਰਗਮੂਲ 2 ਅਪਰਿਮੇਯ ਸੰਖਿਆ, ਵਰਗਮੂਲ 3 ਵੀ ਅਪਰਿਮੇਯ ਸੰਖਿਆ, ਵਰਗਮੂਲ 5 ਵੀ ਅਪਰਿਮੇਯ ਸੰਖਿਆ, ਤਾਂ ਸਾਡੇ ਕੋਲ ਇੱਕ ਆਪਸ਼ਨ ਬਚਦੀ ਹੈ ਜੀ 5, ਜੋ ਸਾਡੀ ਪਰਿਮੇਯ ਸੰਖਿਆ ਹੈ ਜੀ, ਤਾਂ ਸਾਡਾ ਡੀ ਆਪਸ਼ਨ ਸਹੀ ਹੈ ਜੀ। ਅਗਲਾ ਕੁਐਸਚਨ ਹੈ ਜੀ, ਹੇਠ ਦਿੱਤਿਆਂ ਵਿੱਚੋਂ ਕਿਹੜੀ ਅਪਰਿਮੇਯ ਸੰਖਿਆ ਹੈ। ਇਸ ਵਾਰੀ ਅਸੀਂ ਅਪਰਿਮੇਯ ਸੰਖਿਆ ਦੇਖਣੀ ਆ। ਅਪਰਿਮੇਯ ਸੰਖਿਆ ਸਾਨੂੰ ਪਤਾ ਇਸ ਵਾਰੀ ਬਾਕੀ 3 ਪਰਿਮੇਯ ਸੰਖਿਆਵਾਂ ਨੇ। ਸਾਡੇ ਕੋਲ ਵਰਗਮੂਲ 5 ਦੀ ਆਪਸ਼ਨ ਆ ਜੋ ਉਹ ਅਪਰਿਮੇਯ ਸੰਖਿਆ ਹੈ ਜੀ, ਤਾਂ ਸਾਡਾ ਡੀ ਆਪਸ਼ਨ ਜਿਹੜਾ ਹੈ ਸਹੀ ਆਨਸਰ। ਦੈਨ ਕੁਐਸਚਨ ਨੰਬਰ 6 ਹੈ ਜੀ, ਇੱਕ ਅਭਾਜ ਸੰਖਿਆ ਦੇ ਕਿੰਨੇ ਗੁਣਨਖੰਡ ਹੁੰਦੇ ਹਨ। ਜੇ ਗੁਣਨਖੰਡ ਦੀ ਗੱਲ ਕਰੀਏ ਬੇਟੇ, ਤਾਂ ਕਿਸੇ ਵੀ ਸੰਖਿਆ ਨੂੰ ਜਦ ਤੋੜਦੇ ਆ ਤਾਂ ਗੁਣਾ ਦੇ ਰੂਪ ਦੇ ਵਿੱਚ ਲਿਖਦੇ ਆ, ਦੈਟ ਇਜ਼ ਕਾਲਡ ਗੁਣਨਖੰਡ। ਤਾਂ ਹੁਣ ਅਸੀਂ ਕਹਿੰਦੇ ਅਭਾਜ ਸੰਖਿਆ ਦੀ, ਅਭਾਜ ਸੰਖਿਆ ਵੈ ਸਾਨੂੰ ਪਤਾ ਹੈ ਅਭਾਜ ਸੰਖਿਆ ਦੇ ਵਿੱਚ ਸਿਰਫ ਉਹ 2 ਸੰਖਿਆਵਾਂ ਤੇ ਹੀ ਵੰਡੀ ਜਾ ਸਕਦੀ ਆ, ਜਿਨ੍ਹਾਂ ਦੇ ਵਿੱਚੋਂ ਇੱਕ ਸੰਖਿਆ ਹੁੰਦੀ ਹੈ ਜੀ 1 ਜਾਨੀ ਕਿ 1, ਅਤੇ ਇੱਕ ਉਹ ਆਪਣੀ ਆਪ, ਭਾਵ ਜਿਵੇਂ 3 ਆ ਜੀ, 3 ਸਾਡੇ ਕੋਲ ਅਭਾਜ ਸੰਖਿਆ ਹੈ, ਤਾਂ ਉਹ 1 ਦੇ ਪਹਾੜੇ ਤੇ ਜਾਏਗੀ ਅਤੇ 3 ਦੇ ਪਹਾੜੇ ਤੇ ਜਾਏਗੀ। ਸਿਰਫ 2 ਹੀ ਸੰਖਿਆਵਾਂ ਐਸੀਆਂ ਨੇ ਜਿਹੜੀਆਂ ਉਹਦੇ ਗੁਣਨਖੰਡ ਦੇ ਰੂਪ ਦੇ ਵਿੱਚ ਮਿਲਦੀਆਂ ਨੇ। ਤਾਂ ਸਾਡੇ ਕੋਲ ਇਸ ਤਰ੍ਹਾਂ ਦੇ ਜਿੰਨੇ ਵੀ ਅਭਾਜ ਸੰਖਿਆਵਾਂ ਅਸੀਂ ਵੇਖਾਂਗੇ, ਉਹਦੇ ਲਈ ਆਨਸਰ ਸਾਡੇ ਕੋਲ 2 ਹੀ ਨਿਕਲੇਗਾ। ਸੋ ਇਹਦਾ ਆਪਸ਼ਨ ਏ ਜਿਹੜਾ ਸਹੀ ਆਨਸਰ। ਅਗਲਾ ਕੁਐਸਚਨ ਹੈ ਬੇਟਾ ਜੀ, ਪਰਿਮੇਯ ਸੰਖਿਆ 17/8 ਦਾ ਦਸ਼ਮਲਵ ਰੂਪ ਡੈਸ਼ ਹੋਵੇਗਾ। ਦੇਖੋ ਬੇਟਾ ਆਪਸ਼ਨਸ ਹੈਗੀਆਂ ਨੇ ਸ਼ਾਂਤ ਦਸ਼ਮਲਵ, ਅਸ਼ਾਂਤ, ਅਪਰਿਭਾਸ਼ਿਤ, ਪਰਿਭਾਸ਼ਿਤ ਨਹੀਂ। ਠੀਕ ਹੈ ਜੀ। ਇਸ ਜਗ੍ਹਾ ਦੇਖੋ ਅਸੀਂ ਹਰ ਨੂੰ ਵੇਖਾਂਗੇ ਕਿ ਇਸ ਪਰਿਮੇਯ ਸੰਖਿਆ ਦਾ ਹਰ ਕੀ ਆ। ਇਸ ਜਗ੍ਹਾ ਦੇਖਦੇ ਅਸੀਂ 8 ਆ ਜੀ, 8 ਜੇ ਅਸੀਂ ਵੇਖਦੇ ਹਾਂ ਤਾਂ 2 ਦੀ ਘਾਤ ਅਤੇ 5 ਦੀ ਘਾਤ ਦੇ ਰੂਪ ਦੇ ਵਿੱਚ ਲਿਖਿਆ ਜਾ ਸਕਦਾ। ਜੇ 2 ਦੀ ਘਾਤ ਗੁਣਾ 5 ਦੀ ਘਾਤ ਦੇ ਰੂਪ ਵਿੱਚ ਕੋਈ ਵੀ ਹਰ ਨੂੰ ਲਿਖਿਆ ਜਾ ਸਕਦਾ ਹੈ, ਤਾਂ ਉਹ ਪਰਿਮੇਯ ਸੰਖਿਆ ਦਾ ਦਸ਼ਮਲਵ ਵਿਸਤਾਰ ਜੋ ਹੈ ਸ਼ਾਂਤ ਹੋਵੇਗਾ। ਸੋ ਇਹਦਾ ਉੱਤਰ ਕੀ ਆਏਗਾ ਬੇਟਾ ਜੀ, ਸ਼ਾਂਤ, ਭਾਵ ਆਪਸ਼ਨ ਨੰਬਰ ਏ ਸਾਡਾ ਸਹੀ ਆਨਸਰ ਹੈ। ਅਗਲਾ ਕੁਐਸਚਨ ਹੈ ਬੇਟਾ, ਜੇ ਪਰਿਮੇਯ ਸੰਖਿਆ xp/q ਵਿੱਚ q ਦੇਖੋ ਨੀਚੇ ਤੇ ਹਰ ਆ ਜੀ, ਇਹ ਹਰ ਦੀ ਗੱਲ ਕਰ ਰਹੇ ਨੇ। q ਦੇ ਅਭਾਜ ਗੁਣਨਖੰਡ 2 ਦੀ ਘਾਤ n, 5 ਦੀ ਘਾਤ m, ਜਿਵੇਂ ਹੁਣੇ ਆਪਾਂ ਪਿਛਲੇ ਕੁਐਸਚਨ 'ਚ ਗੱਲ ਕਰਕੇ ਹਟੇ ਹਾਂ 2 ਦੀ ਘਾਤ ਅਤੇ 5 ਦੀ ਘਾਤ ਦੇ ਰੂਪ ਵਿੱਚ, ਉਸੇ ਰੂਪ ਦੀ ਗੱਲ ਕਰ ਰਿਹਾ ਹੈ। ਪਰੰਤੂ ਇੱਥੇ ਨਾਲ ਲਿਖਿਆ ਦੇ ਰੂਪ ਦੇ ਨਹੀਂ ਹੈ, ਭਾਵ ਇਹ ਸ਼ਾਂਤ ਦਸ਼ਮਲਵ ਦਾ ਹੀ ਆਪਸ਼ਨ ਜੋ ਹੈ ਨਹੀਂ ਹੋ ਸਕਦੀ। ਤਾਂ x ਦਾ ਦਸ਼ਮਲਵ ਵਿਸਤਾਰ ਡੈਸ਼ ਆਵਰਤੀ ਹੋਵੇਗਾ। ਦੇਖੋ ਇਸ ਜਗ੍ਹਾ ਤੇ ਕਲੀਅਰ ਹੈ ਜੀ, ਜੇ ਤਾਂ ਇਸ ਰੂਪ ਵਿੱਚ ਹੁੰਦਾ ਤਾਂ ਸ਼ਾਂਤ ਸੀ, ਹੁਣ ਇਸ ਰੂਪ ਵਿੱਚ ਨਹੀਂ ਹੈ ਤਾਂ ਉਹ ਸਾਡੇ ਕੋਲ ਅਸ਼ਾਂਤ ਆਵਰਤੀ ਦਸ਼ਮਲਵ ਰੂਪ ਹੋਵੇਗਾ। ਠੀਕ ਹੈ ਜੀ। ਅਗਲੀ ਆਪਸ਼ਨ ਦੇਖਦੇ ਜੀ ਕੁਐਸਚਨ ਆਪਾਂ, ਸੰਖਿਆ 7 × 11 × 13 = 13 ਇੱਕ ਸੰਖਿਆ ਜੀ, ਇੱਕ ਡੈਸ਼ ਸੰਖਿਆ। ਕਿਹੜੀ ਸੰਖਿਆ ਜੀ, ਅਭਾਜ ਸੰਖਿਆ ਹੋ ਸਕਦੀ ਆ, ਭਾਜ ਸੰਖਿਆ ਹੋ ਸਕਦੀ ਆ, ਪੂਰਨ ਵਰਗ ਹੋ ਸਕਦੀ ਹੈ ਜੀ, ਤੇ ਵਰਗ ਸੰਖਿਆ ਹੋ ਸਕਦੀ ਹੈ। ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ ਅਸੀਂ ਦੇਖਣੀ ਆ। ਤਾਂ ਬੇਟੇ ਜਾਂ ਤਾਂ ਇੱਕ ਤਰੀਕੇ ਨੂੰ ਹੱਲ ਕਰਕੇ ਦੇਖੋ ਵੀ ਸਾਰਿਆਂ ਨੂੰ ਪਹਿਲਾਂ ਗੁਣਾ ਕਰੋ ਜੀ, ਆਹ ਫਿਰ ਜੋ ਆਨਸਰ ਆਏਗਾ ਉਹਦੇ ਵਿੱਚ 13 ਜੋੜੋ। ਪਰ ਇਹ ਤਰੀਕਾ ਆਪਾਂ MCQ ਕਰਦੇ ਹਾਂ, MCQ ਦੇ ਵਿੱਚ ਉਹਨੂੰ ਪੈਟਰਨਸ ਨੂੰ ਫੋਲੋ ਕਰਦੇ ਹੁੰਦੇ ਆ, ਉਹਦੇ ਟ੍ਰਿਕਸ ਦੇਖਦੇ ਹੁੰਦੇ ਆ ਕਿ ਬੇਸਿਕਲੀ ਇਹ ਚੀਜ਼ ਕੁਐਸਚਨ ਦੇ ਵਿੱਚ ਕਿਵੇਂ ਸੂਟ ਕਰੇਗੀ। ਤਾਂ ਇੱਥੇ ਦੇਖਦੇ ਹਾਂ ਬੇਟੇ, ਜੋ ਇਹ 2 ਚੀਜ਼ਾਂ ਤੋਂ ਬਣਿਆ 7 × 11 × 13 ਅਤੇ ਜਮਾ 13, ਮਤਲਬ 2 ਪਾਰਟ ਨੇ ਇਹਦੇ। ਜੇ ਦੋਨੋਂ ਪਾਰਟਸ ਨੂੰ ਮੈਂ ਧਿਆਨ ਨਾਲ ਦੇਖਾਂ, ਦੋਹਾਂ ਪਾਰਟਸ ਦੇ ਵਿੱਚੋਂ ਮੈਂ 13 ਜਿਹੜਾ ਹੈ ਮੇਰੇ ਕੋਲ ਉਹ
मैं साझा कढ़ सकदा है। जे मैं साझा कढ़ लिया तो मतलब ये पूरी संख्या का एक जो गुणनखंड है वो 13 होएगा। जे पूरी संख्या का एक गुणनखंड 13 है ਅਤੇ एक होर गुणनखंड है ਤਾਂ ਇਹ ਸਾਡੀ ਭਾਜ ਸੰਖਿਆ ਹੋਏਗੀ। क्यों? क्योंकि ਇਹ 13 ਤੇ ਵੰਡੀ ਜਾ ਰਹੀ है। अगले क्वेश्चन ਵੱਲ देखते हैं जी ਆਪਾਂ। अगला क्वेश्चन साडा चैप्टर नंबर 2 ਦਾ है जी। ਰੇਖੀ ਬਹੁਪਦ ਦੀ ਘਾਤ ਕਿੰਨੀ ਹੁੰਦੀ ਹੈ? ਸਾਨੂੰ ਪਤਾ ਬੇਟਾ ਰੇਖੀ ਬਹੁਪਦ ਭਾਵ ਲੀਨੀਅਰ ਇਕੁਏਸ਼ਨ ਮਾਨੇ ਇਹਦੀ ਘਾਤ ਕਿੰਨੀ ਹੋਏਗੀ? ਸਹੀ ਆंसर ਹੈ ਬੇਟਾ ਜੀ 1। ऑप्शन बी साडा सही आंसर है। अगला क्वेश्चन है बेटा साडा एक दो घाती बहुपद दियां ਵੱਧ ਤੋਂ ਵੱਧ ਕਿੰਨੀਆਂ ਸਿਫਰਾਂ ਹੋ ਸਕਦੀਆਂ ਹਨ? देखो जिन्नी घाती बहुपद है ਸਾਡੇ ਕੋਲ ਵੱਧ ਤੋਂ ਵੱਧ ਉਨੀਆਂ ਹੀ ਸਿਫਰਾਂ ਹੋ ਸਕਦੀਆਂ ਹਨ। ਭਾਵ ਜੇ ਮੇਰੇ ਕੋਲ ਇੱਕ ਘਾਤੀ ਬਹੁਪਦ ਆ ਤਾਂ ਮੇਰੇ ਕੋਲ ਵੱਧ ਤੋਂ ਵੱਧ ਇੱਕ ਸਿਫਰ ਹੋਊਗੀ। ਜੇ ਦੋ ਘਾਤੀ ਬਹੁਪਦ ਆ ਤਾਂ ਵੱਧ ਤੋਂ ਵੱਧ ਦੋ ਸਿਫਰਾਂ ਹੋਣਗੀਆਂ। ਜੇ ਚਾਰ ਘਾਤੀ बहुपद ਆ ਤਾਂ ਵੱਧ ਤੋਂ ਵੱਧ ਚਾਰ ਸਿਫਰਾਂ ਹੋ ਸਕਦੀਆਂ ਨੇ। ਇਸ ਜਗ੍ਹਾ ਸਾਡੇ ਕੋਲ ਦੋ ਘਾਤੀ ਬਹੁਪਦ ਦੀ ਗੱਲ ਹੋਈ ਹੈ ਜੀ, ਤਾਂ ਦੋ ਘਾਤੀ ਬਹੁਪਦ ਦੀ ਸਭ ਤੋਂ ਵੱਧ ਦੋ ਜਿਹੜੀਆਂ ਨੇ ਸਿਫਰਾਂ ਹੋ ਸਕਦੀਆਂ ਨੇ। ਤਾਂ ਸਾਡਾ ਆਨਸਰ ਬੀ ਜਿਹੜਾ ਹੈ ਸਹੀ ਆਨਸਰ ਹੈ। ਅਗਲਾ ਕੁਐਸਚਨ ਹੈ ਜੀ ਦੋ ਘਾਤੀ ਸਮੀਕਰਨ ਦੀ ਘਾਤ ਕਿੰਨੀ ਹੁੰਦੀ ਹੈ? ਘਾਤ ਇਸ ਜਗ੍ਹਾ ਸਮੀਕਰਨ ਦੀ ਘਾਤ ਦਾ ਭਾਵ ਵੀ ਉਹਦੀ ਵੱਡੀ ਤੋਂ ਵੱਡੀ ਪਾਵਰ, ਵੱਡੀ ਤੋਂ ਵੱਡੀ ਘਾਤ, ਵੱਡੀ ਤੋਂ ਵੱਡੀ ਘਾਤ ਸਾਨੂੰ ਪਤਾ ਦੋ ਘਾਤੀ ਸਮੀਕਰਨ ਦੇ ਵਿੱਚ ਦੋ ਹੋਏਗੀ। ਬਿਲਕੁਲ ਸਹੀ ਆਨਸਰ ਹੈ ਬੇਟਾ ਜੀ। ਤਾਂ ਸਾਡਾ ਬੀ ਆਨਸਰ ਇੱਥੇ ਸਹੀ ਆਨਸਰ ਹੈ। ਅੱਗੇ ਚੱਲਦੇ ਹਾਂ ਬੇਟਾ। ਜੇਕਰ ਅਲਫਾ ਅਤੇ ਬੀਟਾ ਬਹੁਪਦ ਦੀਆਂ ਸਿਫਰਾਂ ਹੋਣ, ਭਾਵ ਸਾਡੇ ਕੋਲ ਕੋਈ ਬਹੁਪਦ ਆ ਉਹਦੀਆਂ ਦੋ ਸਿਫਰਾਂ ਨੇ, ਇੱਕ ਅਲਫਾ ਅਤੇ ਦੂਸਰੀ ਬੀਟਾ, ਤਾਂ ਅਲਫਾ ਜਮਾ ਬੀਟਾ ਬਰਾਬਰ। ਇਸ ਲਈ ਬੇਟੇ ਸਾਨੂੰ ਦੋ ਘਾਤੀ ਬਹੁਪਦ ਦਾ ਪਹਿਲਾਂ ਗਿਆਨ ਹੋਣਾ ਚਾਹੀਦਾ। ਉਹਦੀ ਜਨਰਲ ਫਾਰਮ ਹੁੰਦੀ ਆ ax ਦੀ ਘਾਤ 2 ਜਮਾ bx ਜਮਾ c। ਇਸ ਫਾਰਮ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਸਾਡੇ ਕੋਲ ਬਹੁਪਦ ਦੀਆਂ ਸਿਫਰਾਂ ਦਾ ਜੋੜ ਅਸੀਂ ਪੜਿਆ ਬੇਟਾ ਜੀ ਕਿੰਨਾ ਹੁੰਦਾ ਜੀ -b/a। ਭਾਵ ਡੀ ਆਪਸ਼ਨ ਸਾਡਾ ਸਹੀ ਆਨਸਰ ਹੈ ਜੀ। अगला क्वेश्चन है जी 5x की घात 3 जमा x -2 बहुपदी दी घात कितनी है? सो घात देखनी है जी। सानू पता वड्डी तो वड्डी घात ही उस बहुपद की घात हुंदी है। इत्थे सब तो वड्डी घात इस बहुपद दे जो साडे को चल संख्यावां ने जिन्हां नूं असीं वेरीएबल कहने आ। x की घात 3 आ जी, जे वड्डी तो वड्डी घात 3 आ तां बहुपद की घात भी 3 होएगी। सो आंसर सी साडा सही आंसर है जी। अगला क्वेश्चन है बेटे साडे को दो घाती बहुपद ax की घात 2 जमा bx जमा c विच a किस दे बराबर नहीं हो सकता? किस दे बराबर नहीं हो सकता भाव इत्थे ऑप्शन ए पूछी आ भी इन्हां चों ਕਿਹੜਾ ਐਸਾ ਜੋ a ਦੇ ਲਈ ਸੂਟ ਨਹੀਂ ਕਰਦਾ ਦੋ ਘਾਤੀ ਬਹੁਪਦ ਦੇ ਲਈ? ਦੇਖੋ 1 2 ਅਤੇ 3 ਇਹ ਆਪਸ਼ਨ ਜੇ a ਦੇ ਵਿੱਚ ਭਰ ਦਈਏ ਤਾਂ ਕੋਈ ਫਰਕ ਨਹੀਂ ਪੈਂਦਾ, ਪਰੰਤੂ ਜੇ a ਦੇ ਵਿੱਚ ਮੈਂ 0 ਭਰ ਦਵਾਂ ਬੇਟਾ ਜੀ, ਜੇ 0 ਭਰਤੀ ਤਾਂ ਸਾਡੀ ਪਹਿਲੀ ਟਰਮ ਕੀ ਹੋ ਜਾਏਗੀ? ਖਤਮ ਹੋ ਜਾਏਗੀ। ਤਾਂ ਸਾਡੇ ਕੋਲ ਕੀ ਸਿਰਫ ਤੇ ਸਿਰਫ bx c ਬਚੇਗੀ ਜੋ ਕਿ ਸਾਡੀ ਰੇਖੀ ਸਮੀਕਰਨ ਹੋਏਗੀ, ਭਾਵ ਲੀਨੀਅਰ ਇਕੁਏਸ਼ਨ ਬਣੇਗੀ। सो साडी यह दो घाती समीकरण नहीं बचेगी जेकर असीं ए दी जगह ते 0 भर रहे हैं। तो साडा इस जगह का आंसर की आएगा ऑप्शन ए 0। अगला क्वेश्चन देखते हैं बेटे। दिते हुए आलेख विच बहुपद y बराबर px दे सिफरां दी गिणती डैश है। तो सिफरां दी गिणती वेखनी आ ਤਾਂ ਸਾਨੂੰ ਪਤਾ ਜਦੋਂ y ਬਰਾਬਰ px ਦੀ ਫਾਰਮ ਦੇ ਵਿੱਚ ਹੈ ਤਾਂ ਅਸੀਂ ਉਹ ਪੁਆਇੰਟਸ ਗਿਣਦੇ ਹਾਂ ਜਿੱਥੇ ਇਹ x ਐਕਸਿਸ ਨੂੰ x ਤੋਂ ਰੇ ਨੂੰ ਗ੍ਰਾਫ ਕੱਟ ਕਰ ਰਿਹਾ। ਤਾਂ ਇਸ ਜਗ੍ਹਾ ਦੇਖਦੇ ਹਾਂ 1 2 3 ਅਤੇ 4 ਐਸੇ ਬਿੰਦੂ ਨੇ ਜਿਸ ਜਗ੍ਹਾ ਕੱਟ ਕਰ ਰਿਹਾ ਜੀ ਇਹ x ਤੋਂ ਰੇ ਨੂੰ। ਸੋ ਸਾਡੀ ਆਪਸ਼ਨ
सी ਜਿਹੜਾ ਹੈ ਸਹੀ ਆंसर है। अगला क्वेश्चन देखो बेटे, अगला उम्मीद है तुसी आप कर रहे होंगे। ਦਿੱਤੇ ਆਲੇਖ y ਬਰਾਬਰ px ਦੇ ਸਿਫਰਾਂ ਦੀ ਗਿਣਤੀ। ਇਸ ਜਗ੍ਹਾ ਦੇ ਉੱਤੇ x ਤੋਂ ਇਹਨੂੰ ਦੇਖੋ ਬੇਟੇ ਕਿੰਨੇ ਟੱਚ ਕਰਦੇ ਨੇ, ਬਿਲਕੁਲ ਸਹੀ ਬੇਟਾ, ਦੋ ਜਗ੍ਹਾ ਟੱਚ ਕਰ ਰਿਹਾ, ਤਾਂ ਸਾਡੀ ਆਪਸ਼ਨ B ਜਿਹੜਾ ਹੈ ਸਹੀ ਆंसर ਹੈ ਜੀ। ਭਾਵ ਦੋ ਸਿਫਰਾਂ ਇਸ ਬਹੁਪਦ ਦੀਆਂ ਨੇ। ਸੇਮ ਅਗਲਾ ਕੁਐਸਚਨ ਹੈ ਬੇਟਾ ਜੀ, ਆਲੇਖ ਵਿੱਚ ਬਹੁਪਦ y ਬਰਾਬਰ px ਦੇ ਸਿਫਰਾਂ ਦੀ ਗਿਣਤੀ। ਇਸ ਜਗ੍ਹਾ ਵੀ ਦੇਖਦੇ ਕਿੰਨੇ ਜੋ ਹੈਗੇ ਨੇ ਟੱਚ ਕਰ ਰਹੇ ਨੇ x ਤੋਂ ਰੇ ਨੂੰ। x ਤੋਂ ਰੇ ਨੂੰ ਅਸੀਂ ਵੇਖ ਰਹੇ ਹਾਂ, ਦੇਖੋ ਬੇਟੇ ਗ੍ਰਾਫ ਆ ਰਿਹਾ ਉੱਪਰ, ਆ x ਤੋਂ ਆ ਰਿਹਾ, ਇਹ ਗ੍ਰਾਫ ਇਧਰ ਉੱਪਰ ਨੂੰ ਵਧਦਾ ਜਾ ਰਿਹਾ, ਪਰ ਨੀਚੇ ਨੂੰ ਨਹੀਂ ਆਏਗਾ ਕਿਉਂਕਿ ਇੱਥੋਂ ਜੀ ਵਾਪਸ ਮੁੜ ਗਿਆ ਹੁੰਦਾ, ਤਾਂ ਟੱਚ ਬਿਲਕੁਲ ਨਹੀਂ ਕਰ ਰਿਹਾ, ਤਾਂ ਸਾਡੇ ਕੋਲ ਸਿਫਰਾਂ ਦੀ ਗਿਣਤੀ ਕਿੰਨੀ ਆਏਗੀ ਬੇਟਾ 0। ਚੈਪਟਰ 10 ਦੇ ਕੁਐਸਚਨ ਵੱਲ ਜਾਂਦੇ ਆ। ਜੇਕਰ a1 ਬਟਾ a2 b1 ਬਟਾ b2 ਤੇ c1 ਬਟਾ c2 ਦੀ ਗੱਲ ਕਰਦੇ ਆ, ਇਹ ਤਿੰਨੇ ਬਰਾਬਰ ਹਨ, ਤਾਂ ਰੇਖੀ ਸਮੀਕਰਨਾਂ ਦੇ ਜੋੜੇ ਦਾ ਹੱਲ ਕੀ ਹੋਵੇਗਾ। ਤਾਂ ਆਪਸ਼ਨ ਹੈਗੇ ਨੇ, ਇੱਕ ਵਿਲੱਖਣ ਹੱਲ, ਕੋਈ ਹੱਲ ਨਹੀਂ, ਅਸੀਮਤ ਰੂਪ ਵਿੱਚ ਅਨੇਕ ਹੱਲ, ਇਹਨਾਂ ਵਿੱਚੋਂ ਕੋਈ ਨਹੀਂ। ਦੇਖੋ ਬੇਟਾ ਅਸੀਂ ਪੜ੍ਹਿਆ ਇਹ, ਇਹਨਾਂ ਵਿੱਚੋਂ ਕੋਈ ਨਹੀਂ, ਇਹ ਵਾਲੀ ਆਪਸ਼ਨ ਜੋ ਨਹੀਂ ਹੋਏਗੀ। ਬਾਕੀ ਤਿੰਨ ਦੇ ਵਿੱਚੋਂ ਸਾਨੂੰ ਲੱਭਣਾ ਪਏਗਾ। ਦੇਖੋ ਤਿੰਨੇ ਜਦੋਂ ਬਰਾਬਰ ਹੁੰਦੇ ਨੇ ਤਾਂ ਅਸੀਂ ਕਹਿੰਦੇ ਆ ਅਸੀਮਤ ਰੂਪ ਵਿੱਚ ਅਨੇਕ ਹੱਲ ਹਨ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, a1 ਬਟਾ a2 ਬਰਾਬਰ ਹੈ b1 ਬਟਾ b2 ਬਰਾਬਰ ਨਹੀਂ ਹੈ c1 ਬਟਾ c2 ਹੋਏ ਤਾਂ ਰੇਖੀ ਸਮੀਕਰਨ ਦਾ ਕੀ ਹੱਲ ਹੋਏਗਾ। ਸਾਨੂੰ ਪਤਾ ਇਸ ਫਾਰਮ ਦੇ ਵਿੱਚ ਦੋਨੋਂ ਰੇਖਾਵਾਂ ਸਮਾਂਤਰ ਚੱਲਦੀਆਂ ਨੇ, ਤਾਂ ਅਸੀਂ ਕਹਿੰਦੇ ਹੁੰਦੇ ਆ ਸਮੀਕਰਨ ਪ੍ਰਣਾਲੀ ਦਾ ਕੋਈ ਹੱਲ ਨਹੀਂ ਹੈ। ਨੈਕਸਟ ਕੁਐਸਚਨ ਬੇਟਾ ਸਾਡਾ, a1 ਬਟਾ a2 ਬਰਾਬਰ ਨਹੀਂ ਹੈ b1 ਬਟਾ b2 ਹੋਏ ਤਾਂ ਰੇਖੀ ਸਮੀਕਰਨ ਜੋੜੇ ਦਾ ਕੀ ਹੱਲ ਹੋਵੇਗਾ। ਤਾਂ ਇਸ ਜਗ੍ਹਾ ਅਸੀਂ ਕਹਿੰਦੇ ਆ ਸਾਡਾ ਵਿਲੱਖਣ ਹੱਲ ਹੋਵੇਗਾ, ਤਾਂ ਆਪਸ਼ਨ A ਸਾਡੀ ਸਹੀ ਆंसर ਹੈ ਜੀ। ਅਗਲਾ ਦੇਖਦੇ ਹਾਂ ਕੁਐਸਚਨ ਬੇਟਾ, ਰੇਖੀ ਸਮੀਕਰਨਾਂ ਦੇ ਜੋੜੇ ਨੂੰ ਅਲੇਖੀ ਵਿਧੀ ਨਾਲ ਹੱਲ ਕਰਨ ਤੇ ਜੇਕਰ ਰੇਖਾਵਾਂ ਇੱਕ ਬਿੰਦੂ ਤੇ ਕੱਟਣ ਤਾਂ ਕਿਹੜਾ ਹੱਲ ਹੋਏਗਾ। ਇੱਕ ਬਿੰਦੂ ਤੇ ਕੱਟਣ ਭਾਵ ਇੱਕ ਹੱਲ ਹੋਏਗਾ, ਜੇ ਜ਼ਿਆਦਾ ਬਿੰਦੂਆਂ ਤੇ ਕੱਟਣਗੀਆਂ ਤਾਂ ਜ਼ਿਆਦਾ ਹੱਲ ਹੋਣਗੇ, ਤਾਂ ਸਾਨੂੰ ਪਤਾ ਇਸ ਜਗ੍ਹਾ ਦਾ ਆਨਸਰ ਕੀ ਆਏਗਾ, ਆਪਸ਼ਨ A ਇੱਕ ਹੱਲ। ਅਗਲਾ ਕੁਐਸਚਨ ਹੈ ਬੇਟਾ ਜੀ ਸਾਡਾ, ਰੇਖੀ ਸਮੀਕਰਨ ਦੇ ਜੋੜਾਂ ਨੂੰ ਅਲੇਖੀ ਵਿਧੀ ਨਾਲ ਹੱਲ ਕਰਨ ਤੇ ਜੇਕਰ ਰੇਖਾਵਾਂ ਸਮਾਂਤਰ ਹੋਣ, ਸਮਾਂਤਰ ਮਨ ਪੈਰਲਲ ਹੋਣ, ਤਾਂ ਕਿਹੜਾ ਹੱਲ ਹੋਵੇਗਾ। ਕਿਉਂਕਿ ਸਮਾਂਤਰ ਨੇ ਬੇਟਾ, ਸਮਾਂਤਰ ਹੋਣ ਤਾਂ ਬਿਲਕੁਲ ਕੱਟ ਨਹੀਂ ਕਰਦੀਆਂ, ਬਰਾਬਰ ਬਰਾਬਰ ਚੱਲਦੀਆਂ ਰਹਿੰਦੀਆਂ ਨੇ, ਤਾਂ ਕਰਕੇ ਅਸੀਂ ਕਹਿੰਦੇ ਆ ਇਹਨਾਂ ਦਾ ਇਸ ਸਮੀਕਰਨ ਪ੍ਰਣਾਲੀ ਦਾ ਕੋਈ ਹੱਲ ਨਹੀਂ ਹੋਵੇਗਾ। ਤਾਂ ਬੇਟਾ ਸਾਡਾ ਆਪਸ਼ਨ B ਜੋ ਹੈ ਸਹੀ ਆਪਸ਼ਨ ਆंसर ਹੈ ਜੀ, ਤਾਂ B ਨੂੰ ਟਿਕ ਕਰਾਂਗੇ। ਅਗਲਾ ਕੁਐਸਚਨ ਦੇਖਦੇ ਹਾਂ ਬੇਟਾ, 3x 5y ਬਰਾਬਰ 20, 6x 10y ਬਰਾਬਰ 40 ਦੇ ਡੈਸ਼ ਹੱਲ ਹਨ। ਉੱਪਰਲੀ ਫਾਰਮ ਤੋਂ ਦੇਖ ਕੇ ਅੱਗੇ ਇਹ ਕੁਐਸਚਨ ਆਇਆ ਬੇਟਾ, ਇਹਦੇ ਵਿੱਚ ਦੇਖਾਂਗੇ a1 ਬਟਾ a2 ਜਾਨੀ ਕਿ 3 ਬਟਾ 6 ਜੋ ਕਿ 1 ਬਟਾ 2 ਆ ਗਿਆ ਜੀ। ਅੱਗੇ b1 ਬਟਾ b2 ਜਾਨੀ ਕਿ -5 ਬਟੇ -10, ਇਹ ਵੀ 1 ਬਟਾ 2 ਆ ਗਿਆ ਜੀ। ਅਤੇ c1 ਬਟੇ c2 ਜਾਨੀ ਕਿ 20 ਬਟਾ 40, ਇਹ ਵੀ ਬੇਟਾ ਕੱਟ ਕੇ 1 ਬਟਾ 2 ਆ ਗਿਆ। ਤਿੰਨਾਂ ਦਾ ਅਨੁਪਾਤ ਜਿਹੜਾ ਹੈ ਸੇਮ ਆ, ਜੇ ਅਨੁਪਾਤ ਸੇਮ ਹੋਵੇ a1 ਬਟਾ a2 ਬਰਾਬਰ b1 ਬਟਾ b2 ਬਰਾਬਰ c1 ਬਟਾ c2 ਹੋਵੇ, ਤਾਂ ਅਸੀਂ ਕਹਿੰਦੇ ਆ ਸਮੀਕਰਨ ਪ੍ਰਣਾਲੀ ਦੇ ਅਨੇਕ ਹੱਲ ਹੋਣਗੇ। ਤਾਂ ਸਾਡੇ ਕੋਲ ਆਪਸ਼ਨ A ਜੋ ਹੈ ਸਾਡਾ ਸਹੀ ਆंसर ਆਏਗਾ। ਇਸੇ ਤਰ੍ਹਾਂ ਅਗਲਾ ਕੁਐਸਚਨ ਵੇਖਦੇ ਹਾਂ ਬੇਟਾ, ਰੇਖਾਵਾਂ x 3y 3 ਬਰਾਬਰ 0, 3x 9y 2 ਬਰਾਬਰ 0 ਡੈਸ਼ ਰੇਖਾਵਾਂ ਹਨ। ਤਾਂ ਇਹਦੇ ਵਿੱਚ ਵੀ ਬੇਟੇ ਆਪਾਂ ਅਨੁਪਾਤ ਲਵਾਂਗੇ a1 ਬਟਾ a2 b1 ਬਟਾ b2 ਅਤੇ c1 ਬਟਾ c2 ਦਾ। a1 ਬਟਾ a2 ਦੇ ਅਨੁਪਾਤ ਲਈ ਅਸੀਂ ਦੇਖਦੇ ਹਾਂ 1/3, b1 ਬਟੇ b2 ਦੇ ਲਈ ਦੇਖਦੇ ਹਾਂ ਅਸੀਂ -3 ਬਟੇ -9, ਜੋ ਕਿ ਅਨੁਪਾਤ ਕਿੰਨਾ ਗਿਆ ਸਾਡਾ
1/3 ਅਤੇ C1 ਬਟੇ C2 ਦੇ ਲਈ ਦੇਖਦੇ ਹਾਂ ਅਸੀਂ -3 ਅਤੇ -2 ਨੂੰ, ਜੋ ਸਾਡੀਆਂ ਕਨਸਟੈਂਟ ਟਰਮਸ ਨੇ। ਇਹ ਆ ਗਿਆ ਜੀ -3 ਬਟੇ -2। ਦੇਖੋ A1 ਬਟੇ A2 ਅਤੇ B1 ਬਟਾ B2 ਦੀ ਅਨੁਪਾਤ ਜੋ ਆਈ ਆ 1/3 ਆਈ ਆ, ਪਰ C1 ਬਟੇ C2 ਦੀ ਅਨੁਪਾਤ 1/3 ਨਹੀਂ ਆਈ। ਤਾਂ ਉਸ ਸਮੇਂ ਅਸੀਂ ਕੀ ਕਹਿੰਦੇ ਹੁੰਦੇ ਆ, ਸਾਡੀਆਂ ਰੇਖਾਵਾਂ ਸਮਾਂਤਰ ਹੋਣਗੀਆਂ, ਭਾਵ ਸਾਡਾ ਸਮੀਕਰਨ ਪ੍ਰਣਾਲੀ ਦਾ ਕੋਈ ਹੱਲ ਨਹੀਂ ਹੋਵੇਗਾ। ਅਗਲਾ ਕੁਐਸਚਨ ਦੇਖਦੇ ਹਾਂ ਬੇਟੇ, P ਦੇ ਡੈਸ਼ ਮੁੱਲ ਲਈ ਰੇਖਾਵਾਂ 4x ਜਮਾ py ਜਮਾ 8 ਬਰਾਬਰ 0, 2x ਜਮਾ 2y ਜਮਾ 2 ਬਰਾਬਰ 0 ਇੱਕ ਵਿਲੱਖਣ ਹੱਲ ਹੋਵੇਗਾ। ਵਿਲੱਖਣ ਹੱਲ ਬੇਟੇ ਤਾਂ ਹੁੰਦਾ ਕਿਉਂਕਿ A1 ਬਟਾ A2 ਬਰਾਬਰ ਨਹੀਂ ਹੋਵੇ B1 ਬਟਾ B2। A1 ਬਟਾ A2 ਲਈ ਦੇਖਦੇ ਹਾਂ ਅਸੀਂ 4/2 ਆ ਗਿਆ ਜੀ। ਤਾਂ B1 ਬਟਾ B2 ਦੇ ਲਈ ਅਸੀਂ ਦੇਖਦੇ ਹਾਂ P/2 ਆ ਗਿਆ ਜੀ। ਠੀਕ ਹੈ ਜੀ, ਤਾਂ ਅਸੀਂ ਕਹਿੰਦੇ ਹਾਂ 4/2 ਜਾਣੀ ਅਨੁਪਾਤ ਆ ਗਿਆ ਜੀ ਸਾਡਾ ਕੱਟ ਕੇ 2। ਇੱਧਰ ਆ ਗਿਆ ਜੀ P/2 ਤੇ ਅਸੀਂ ਹੱਲ ਕਰਦੇ ਹਾਂ ਤਾਂ P ਦੀ ਕੀਮਤ ਜਿਹੜੀ ਹੈਗੀ ਆ, ਜੇ 2 ਦੂਣੀ 4 ਹੋਵੇ ਤਾਂ ਰੇਖੀ ਸਮੀਕਰਨ ਜਿਹੜੀ ਆ ਉਹ ਅਲੱਗ ਚੀਜ਼ ਬਣੇਗੀ, ਪਰੰਤੂ ਜੇ P ਬਰਾਬਰ 4 ਨਾ ਹੋਵੇ ਤਾਂ ਇਸ ਦਾ ਵਿਲੱਖਣ ਹੱਲ ਹੋਵੇਗਾ, ਭਾਵ ਸਾਡੇ ਕੋਲ ਆਪਸ਼ਨ B ਜਿਹੜਾ ਹੈ ਸਹੀ ਆਨਸਰ ਆ ਜੀ। ਅਗਲਾ ਸਾਡਾ ਬੇਟੇ ਟੌਪਿਕ ਹੈ ਜੀ ਸੰਭਾਵਨਾ ਦਾ। ਇਹਦੇ ਵਿੱਚ ਵੇਖਦੇ ਹਾਂ ਸੰਭਾਵਨਾ ਦੇ ਲਈ ਕੁਐਸਚਨ ਨੰਬਰ 1 ਘਟਨਾ E ਦੀ ਸੰਭਾਵਨਾ ਜਮਾ ਘਟਨਾ E ਨਹੀਂ ਦੀ ਸੰਭਾਵਨਾ, ਭਾਵ ਕੋਈ ਘਟਨਾ ਹੋ ਰਹੀ ਆ ਅਤੇ ਉਹਦੇ ਨਾ ਹੋਣ ਦੀ ਸੰਭਾਵਨਾ, ਦੋਨਾਂ ਦਾ ਜੋੜ ਕਿੰਨਾ ਹੋਊਗਾ। ਦੋਹਾਂ ਦਾ ਜੋੜ ਸਾਨੂੰ ਪਤਾ ਬੇਟਾ ਜੀ, ਤਾਂ ਕੁੱਲ ਜਾਨੀ ਕਿ ਕੁੱਲ ਸੰਭਾਵਨਾ ਸਾਡੇ ਕੋਲ 1 ਹੁੰਦੀ ਹੈ ਜੀ, ਤਾਂ ਇਹਦਾ ਆਨਸਰ ਕੀ ਆਉਂਦਾ ਹੈ 1। ਆਪਸ਼ਨ B ਸਾਡਾ ਸਹੀ ਆਨਸਰ। ਅੱਗੇ ਬੇਟਾ ਕੁਐਸਚਨ ਨੰਬਰ 2 ਆ ਜੀ, ਉਸ ਘਟਨਾ ਦੀ ਸੰਭਾਵਨਾ ਜੋ ਵਾਪਰ ਨਹੀਂ ਸਕਦੀ। ਵਾਪਰ ਨਹੀਂ ਸਕਦੀ ਮਾਨੇ ਹੋ ਹੀ ਨਹੀਂ ਸਕਦੀ, ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ ਉਹਦੀ ਸੰਭਾਵਨਾ ਬੇਟਾ ਹੁੰਦੀ ਹੈ 0। ਤਾਂ ਆਪਸ਼ਨ A ਇਹਦਾ ਸਹੀ ਆਨਸਰ ਹੈ। ਅਗਲਾ ਕੁਐਸਚਨ, ਉਸ ਘਟਨਾ ਦੀ ਸੰਭਾਵਨਾ ਜਿਸ ਦਾ ਵਾਪਰਨਾ ਨਿਸ਼ਚਿਤ ਹੋਵੇ। ਨਿਸ਼ਚਿਤ ਮਾਨੇ ਹੋਣਾ ਹੀ ਹੋਣਾ, ਡੈਫੀਨੇਟਲੀ ਹੋਏਗਾ, ਤਾਂ ਸੰਭਾਵਨਾ ਪੂਰੀ ਉਹਦੀ ਹੈ ਜੀ, ਪੂਰੀ ਦਾ ਭਾਵ ਇਹਦਾ ਆਨਸਰ 1 ਹੋਏਗਾ। ਆਪਸ਼ਨ B ਇਹਦਾ ਸਹੀ ਆਨਸਰ। ਅਗਲੇ ਕੁਐਸਚਨ ਵੱਲ ਚੱਲਦੇ ਹਾਂ ਬੇਟੇ, ਕਿਸੇ ਪਾਸੇ ਨੂੰ ਇੱਕ ਵਾਰ ਸੁੱਟਣ ਤੇ ਭਾਜ ਸੰਖਿਆ ਹੋਣ ਦੀ ਸੰਭਾਵਨਾ। ਤਾਂ ਭਾਜ ਸੰਖਿਆ ਦੀ ਗੱਲ ਕਰਦੇ ਹਾਂ ਬੇਟੇ, ਤਾਂ ਪਾਸੇ ਦੇ ਉੱਪਰ ਲਿਖਿਆ ਹੁੰਦਾ ਹੈ 1 2 3 4 5 ਅਤੇ 6। ਤਾਂ ਸਾਡੇ ਇਹਨਾਂ ਵਿੱਚੋਂ ਭਾਜ ਸੰਖਿਆਵਾਂ ਹੈਗੀਆਂ ਨੇ ਸਿਰਫ 4 ਅਤੇ 6। ਸੋ ਪਾਸੇ ਦੇ ਵਿੱਚ ਭਾਜ ਸੰਖਿਆ ਹੋਣ ਦੀ ਸੰਭਾਵਨਾ ਸਾਡੇ ਕੋਲ ਆ ਗਈ ਜੀ 2/6 ਭਾਵ 1/3। ਤਾਂ ਸਾਡਾ ਆਨਸਰ ਕਿੰਨਾ ਆ ਗਿਆ ਜੀ 1/3। ਆਪਸ਼ਨ B ਸਾਡਾ ਸਹੀ ਆਨਸਰ। ਅਗਲਾ ਕੁਐਸਚਨ ਹੈ ਬੇਟਾ, ਜੇਕਰ ਦੋ ਪਾਸੇ ਇਕੱਠੇ ਸੁੱਟੇ ਜਾਣ ਤਾਂ ਦੱਸੋ ਪਾਸਿਆਂ ਤੇ ਇੱਕੋ ਅੰਕ ਆਉਣ ਦੀ ਸੰਭਾਵਨਾ। ਦੋ ਪਾਸੇ ਇਕੱਠੇ ਸਿੱਟੇ ਨੇ ਬੇਟੇ, ਤਾਂ ਟੋਟਲ ਸਾਡੇ ਕੋਲ ਕੁੱਲ ਪਰਿਣਾਮ ਜਿਹੜੇ ਨੇ ਉਹ 36 ਬਣਦੇ ਨੇ, ਕੁੱਲ ਜਿਹੜੇ ਸੰਯੋਗ ਹੁੰਦੇ ਨੇ, ਕਿਉਂਕਿ ਇੱਕ ਦੇ ਨਾਲ ਇੱਕ, ਇੱਕ ਦੇ ਨਾਲ 2, ਇੱਕ ਦੇ ਨਾਲ 3, ਇਸ ਤਰ੍ਹਾਂ ਕਰਕੇ ਅਸੀਂ 36 ਜਿਹੜੇ ਨੇ ਪੋਸੀਬਿਲਿਟੀਜ਼ ਬਣਦੀਆਂ ਨੇ। ਇਹਨਾਂ ਵਿੱਚੋਂ ਦੋਹਾਂ ਤੇ ਇੱਕੋ ਅੰਕ ਭਾਵ ਸੇਮ ਅੰਕ, ਯਾਨੀ ਕਿ 1 1 2 2 3 3 4 4 5 5 ਜਾਂ 6 6, ਇਹਨਾਂ ਦੇ ਵਿੱਚੋਂ ਕੋਈ ਵੀ ਆਉਣ ਦੀ ਸੰਭਾਵਨਾ ਦੀ ਗੱਲ ਕਰ ਰਹੇ ਨੇ। ਤਾਂ ਸਾਡੇ ਕੋਈ ਆਪਸ਼ਨਸ ਕਿੰਨੀਆਂ ਬਣਦੀਆਂ, ਅਨੁਕੂਲ ਪਰਿਣਾਮ ਜਿਨ੍ਹਾਂ ਨੂੰ ਬੋਲਦੇ ਹਾਂ ਅਸੀਂ ਸਾਡੇ 6 ਬਣੇ ਨੇ, ਕੁੱਲ ਪਰਿਣਾਮ ਸਾਡੇ ਕੋਲ 36 ਯਾਨੀ ਕਿ 36 ਬਣੇ ਸੀ। ਤਾਂ ਅਸੀਂ ਲਿਖਾਂਗੇ ਸਾਡਾ ਆਨਸਰ 6/36 ਭਾਵ ਕੱਟ ਕੇ 1/6 ਆ ਗਿਆ ਜੀ। ਤਾਂ C ਆਨਸਰ ਸਾਡਾ ਸਹੀ ਆਨਸਰ ਆ। ਅਗਲਾ ਕੁਐਸਚਨ ਦੇਖਦੇ ਆ ਬੇਟੇ, 1 2 3 4 5 6 7 8 9 ਵਿੱਚੋਂ ਟਾਂਕ ਸੰਖਿਆਵਾਂ ਦੀ ਸੰਭਾਵਨਾ, ਭਾਵ ਸਾਡੇ ਕੋਲ 1 ਤੋਂ ਲੈ ਕੇ 9 ਤੱਕ ਸੰਖਿਆਵਾਂ ਨੇ ਜੀ, ਟੋਟਲ ਸੰਖਿਆਵਾਂ 9 ਨੇ ਜੀ। ਤਾਂ ਟਾਂਕ ਸੰਖਿਆਵਾਂ ਦੀ ਗੱਲ ਕਰਦੇ ਹਾਂ ਤਾਂ ਟਾਂਕ ਕਿੰਨੀਆਂ ਨੇ ਕਾਊਂਟ ਕਰਦੇ ਹਾਂ, 1 ਫਿਰ 3 ਫਿਰ 5 ਫਿਰ 7
ਅਤੇ ਫਿਰ 9। 5 ਸੰਖਿਆਵਾਂ ਸਾਡੀਆਂ ਟਾਂਕ ਨੇ, ਕੁੱਲ ਸੰਖਿਆਵਾਂ ਸਾਡੀਆਂ 9 ਨੇ, ਤਾਂ ਸਾਡੀ ਸੰਭਾਵਨਾ ਕਿੰਨੀ ਆ ਗਈ ਜੀ 5/9। ਤਾਂ ਆਪਸ਼ਨ ਬੀ ਸਾਡਾ ਸਹੀ ਆਂਸਰ ਹੈ। ਅਗਲੇ ਕੁਐਸਚਨ ਵੱਲ ਵਧਦੇ ਹਾਂ ਬੇਟਾ ਜੀ। ਇੱਕ ਸਿੱਕੇ ਨੂੰ ਇੱਕ ਵਾਰ ਉਛਾਲਿਆ ਜਾਂਦਾ ਹੈ, ਇੱਕ ਚਿੱਤ ਪ੍ਰਾਪਤ ਕਰਨ ਦੀ ਸੰਭਾਵਨਾ ਡੈਸ਼। ਇੱਕ ਸਿੱਕਾ ਦੇਖਦੇ ਹਾਂ, ਇੱਕ ਪਾਸੇ ਹੈਡ ਹੁੰਦਾ, ਇੱਕ ਪਾਸੇ ਟੇਲ ਹੁੰਦਾ, ਜਾਨੀ ਇੱਕ ਪਾਸੇ ਚਿੱਤ ਹੁੰਦਾ, ਇੱਕ ਪਾਸੇ ਪੱਤ ਹੁੰਦਾ। ਉਹਨੂੰ ਜਦ ਉਛਾਲਿਆ ਜਾਂਦਾ ਕਹਿੰਦਾ ਚਿੱਤ, ਜਾਨੀ ਕਿ ਹੈਡ ਆਉਣ ਦੀ ਸੰਭਾਵਨਾ। ਠੀਕ ਹੈ ਜੀ। ਟੋਟਲ ਆਊਟਕਮ ਸਾਡੇ ਕੋਲ ਹੈਗੇ ਨੇ, ਕੁੱਲ परिणाम ਹੈਗੇ ਨੇ ਸਾਡੇ ਕੋਲ 2, ਜਾਂ ਹੈਡ ਆ ਸਕਦਾ ਜਾਂ ਟੇਲ ਆ ਸਕਦਾ ਹੈ। ਟੋਟਲ परिणाम 2 ਨੇ, ਪਰ ਸਾਡੇ ਅਨੁਕੂਲ परिणाम ਕਿੰਨੇ ਨੇ 1, ਭਾਵ ਸਾਡਾ ਆਨਸਰ ਕੀ ਬਣੇਗਾ 1/2। ਆਪਸ਼ਨ ਨੰਬਰ 2 ਸਾਡਾ ਜਿਹੜਾ ਹੈਗਾ 1/2 ਸਾਡਾ ਸਹੀ ਆਨਸਰ ਆ। ਅਗਲਾ ਕੁਐਸਚਨ ਵੱਲ ਚੱਲਦੇ ਹਾਂ ਬੇਟੇ। ਕਿਸੇ ਪਾਸੇ ਨੂੰ ਇੱਕ ਵਾਰ ਉਛਾਲਣ ਤੇ, ਪਾਸਾ ਮਨੇ ਕਿ ਡਾਈਸ ਦੀ ਜੋ ਡਾਈਸ ਹੁੰਦੀ ਹੈ, ਡੀਟੀ ਹੁੰਦੀ ਹੈ, ਜਿਹਦੇ ਨਾਲ ਲੂਡੋ ਖੇਡਦੇ ਆ, ਸੰਖਿਆ 6 ਆਉਣ ਦੀ ਸੰਭਾਵਨਾ। ਪਾਸੇ ਦੇ ਲਈ ਕੁੱਲ परिणाम 6, ਇੱਕ ਸੰਖਿਆ ਮੰਗ ਰਿਹਾ ਜੀ, ਡਿਮਾਂਡ ਕਰ ਰਹੇ ਨੇ ਸੰਖਿਆ 6 ਆਉਣ ਦੀ ਸੰਭਾਵਨਾ। ਸੰਖਿਆ 6 ਆਉਣ ਦੀ ਸੰਭਾਵਨਾ ਭਾਵ ਸਾਡੇ ਕੋਲ ਅਨੁਕੂਲ परिणाम ਕਿੰਨੇ ਹੈਗੇ 1, ਤਾਂ ਆਪਸ਼ਨ 3 ਸਾਡਾ ਬਿਲਕੁਲ ਸਹੀ ਆਨਸਰ ਹੈ ਜੀ, 1/6 ਸਾਡਾ ਆਨਸਰ। ਨੈਕਸਟ ਕੁਐਸਚਨ ਹੈ ਜੀ, ਕਿਸੇ ਪ੍ਰਯੋਗ ਦੀਆਂ ਸਾਰੀਆਂ ਆਰੰਭਿਕ ਘਟਨਾਵਾਂ ਦੀਆਂ ਸੰਭਾਵਨਾਵਾਂ ਦਾ ਜੋੜ। ਮਤਲਬ ਉਹਦੇ ਸਾਰੀਆਂ ਪੋਸੀਬਿਲਿਟੀਜ਼ ਜਿੰਨੀਆਂ ਹੋਈਆਂ ਨੇ ਉਹਨਾਂ ਦੀਆਂ ਸੰਭਾਵਨਾਵਾਂ ਕੱਢਣੀਆਂ, ਫਿਰ ਉਹਨਾਂ ਦਾ ਜੋੜ ਕਰ ਲਿਆ। ਬਿਲਕੁਲ ਪਹਿਲਾ ਕੁਐਸਚਨ ਸੀਗਾ ਜਿਵੇਂ ਅਸੀਂ ਕੀਤਾ ਵੀ ਈ ਦੇ ਵਾਪਰਨ ਦੀ ਘਟਨਾ ਦੀ ਸੰਭਾਵਨਾ ਤੇ ਈ ਦੇ ਨਾ ਹੋਣ ਦੀ ਸੰਭਾਵਨਾ, ਦੋਹਾਂ ਦਾ ਜੋੜ ਸੇਮ ਉਸੇ ਤਰੀਕੇ ਨਾਲ ਇੱਥੇ ਹੈ ਜੀ। ਇੱਥੇ ਪ੍ਰਯੋਗ ਦੀ ਗੱਲ ਕਰ ਰਿਹਾ ਜੀ, ਪ੍ਰਯੋਗ ਦੇ ਵਿੱਚ ਜਿੰਨੀਆਂ ਵੀ ਪੋਸੀਬਿਲਿਟੀਜ਼ ਹੋਣਗੀਆਂ, ਜਿੰਨੀਆਂ ਵੀ ਉਹਨਾਂ ਦੀਆਂ ਸਾਰੀਆਂ ਦੀਆਂ ਸੰਭਾਵਨਾਵਾਂ ਦਾ ਜੋੜ ਅਸੀਂ ਵੇਖਿਆ ਹੈ, ਉਹ ਹੁੰਦਾ ਟੋਟਲ 1 ਹੁੰਦਾ ਜੀ। ਤਾਂ ਆਪਸ਼ਨ 3 ਜਿਹੜਾ ਸਾਡੇ ਕੋਲ ਸਹੀ ਆਨਸਰ ਹੈ ਬੇਟਾ। ਅਗਲੇ ਕੁਐਸਚਨ ਵੱਲ ਚੱਲਦੇ ਹਾਂ ਪੁੱਤਰ ਜੀ। ਜੇ PE ਬਰਾਬਰ 0.9 ਹੈ ਤਾਂ PE ਨਹੀਂ ਬਰਾਬਰ ਡੈਸ਼ ਹੋਏਗਾ। ਦੇਖੋ ਕੁੱਲ ਦੋਹਾਂ ਦੀ ਜੋੜਨ ਤੇ ਸਾਨੂੰ ਪਤਾ PE ਅਤੇ PE ਨਹੀਂ ਦੇ ਜੋੜ ਦਾ ਹੁੰਦਾ 1। ਸੋ ਜੇ ਅਸੀਂ P ਨਹੀਂ ਕੱਢਣਾ ਹੈ, PE ਨਹੀਂ ਦੇ ਲਈ ਅਸੀਂ 1 ਦੇ ਵਿੱਚੋਂ 0.9 ਨੂੰ ਘਟਾ ਦਾਂਗੇ, ਤਾਂ ਸਾਡਾ ਆਨਸਰ ਆ ਜਾਏਗਾ 0.9 ਨੂੰ ਘਟਾਉਣ ਤੇ ਸਾਡਾ ਆਨਸਰ ਆਂਦਾ ਜੀ ਜੋ ਆਪਸ਼ਨ ਨੰਬਰ 3 ਆ ਜੀ 0.1। ਅਗਲਾ ਕੁਐਸਚਨ ਬੇਟੇ ਹੈ ਸਾਡਾ, ਇੱਕ ਡੱਬੇ ਵਿੱਚ 5 ਲਾਲ, 8 ਚਿੱਟੇ, 4 ਹਰੇ ਬੰਟੇ ਹਨ। ਦੇਖੋ ਸਭ ਤੋਂ ਪਹਿਲਾਂ ਇੱਥੋਂ ਹੀ ਪਹਿਲੀ ਲਾਈਨ ਚ ਅਸੀਂ ਪੜ੍ਹਦੇ ਹਾਂ ਵੀ ਸਾਡੇ ਕੋਲ ਕੁੱਲ ਬੰਟੇ ਕਿੰਨੇ ਨੇ। ਕੁੱਲ ਬੰਟੇ ਹੈਗੇ ਨੇ ਜੀ 5 ਤੇ 8 13, 13 ਤੇ 4 17। ਤਾਂ ਸਾਡੇ ਕੁੱਲ परिणाम ਕਿੰਨੇ ਹੋ ਗਏ ਜੀ 17। ਇੱਕ ਲਾਲ ਬੰਟਾ ਕੱਢਣ ਦੀ ਸੰਭਾਵਨਾ ਕੀ ਹੋਏਗੀ। ਜੇ ਬੰਟਾ ਕੱਢਿਆ ਜਾਂਦਾ ਵੀ ਲਾਲ ਹੋਵੇ ਤਾਂ ਲਾਲ ਸਾਡੇ ਕੋਲ 5 ਬੰਟੇ ਨੇ, ਤਾਂ ਅਨੁਕੂਲ परिणाम ਸਾਡੇ ਕੋਲ ਕਿੰਨੇ ਆ ਗਏ ਬੇਟੇ 5 ਆ ਗਏ ਨੇ। ਕੁੱਲ परिणाम ਸਾਡੇ ਕੋਲ 17 ਸੀ। ਠੀਕ ਹੈ ਜੀ, ਤਾਂ 5/17 ਸਾਡਾ ਸਹੀ ਆਪਸ਼ਨ ਹੈ ਜੀ। ਇਹਦੇ ਨਾਲ ਬੇਟੇ ਅੱਜ ਦਾ ਸਾਡਾ ਜੋ ਟੌਪਿਕ ਆ ਖਤਮ ਹੁੰਦਾ ਹੈ। ਬਹੁਤ ਬਹੁਤ ਧੰਨਵਾਦ।